ਹੈਲੋ, ਜੈ ਗੁਰਦੇਵ ਜੀ ਸਭ ਨੂੰ। ਅੱਜ ਆਪਣੇ ਗੁਰੂ ਬਾਰੇ, ਸਤਿਗੁਰੂ ਰਵਿਦਾਸ ਜੀ ਮਹਾਰਾਜ ਬਾਰੇ ਗੱਲ ਕਰਨ ਦਾ ਮੂਡ ਸੀਗਾ। ਥੋੜ੍ਹਾ ਟਾਈਮ ਵੀ ਹੈਗਾ ਸੀ, ਮੈਂ ਕਿਹਾ ਚਲੋ 10 ਮਿੰਟ ਸਭ ਨਾਲ ਗੱਲ ਕਰਦੇ ਹਾਂ। ਦੋ ਸਵਾਲਾਂ ਦੇ ਜਵਾਬ ਬਹੁਤ ਜ਼ਰੂਰੀ ਜਿਹੜੇ ਨੇ ਲੋਕੀ ਪੁੱਛਦੇ, ਬਹੁਤ ਹਰ ਵਾਰੀ ਮੇਰੇ ਤੋਂ ਬਹੁਤ ਪੁੱਛਦੇ ਆ ਕਿ ਤੂੰ ਰਵਿਦਾਸੀਆ ਕਿੱਦਾਂ ਬਈ, ਕੀ ਮਤਲਬ ਤੇਰਾ ਰਵਿਦਾਸੀਆ ਹੋਣ ਦਾ। ਦੂਸਰੀ ਗੱਲ, ਗੁਰੂ ਰਵਿਦਾਸ ਮਹਾਰਾਜ ਨੂੰ ਗੁਰੂ ਕਿਉਂ ਕਹਿੰਦੇ, ਭਗਤ ਕਾਹਤੇ ਨਹੀਂ ਕਹਿੰਦੇ। ਇਹ ਦੋਨਾਂ ਗੱਲਾਂ ਦੇ ਟਰਾਈ ਕਰਾਂਗੇ ਮੈਂ ਜਵਾਬ ਦੇਵਾਂ। ਹੁਣ ਮੋਸਟਲੀ ਸਭ ਨੂੰ ਪਤਾ ਕਿ ਚਲੋ ਸਿਹਤ ਮੇਰੀ ਠੀਕ ਨਹੀਂ ਹੈਗੀ, ਮਤਲਬ 2-3 ਸਾਲ ਤੋਂ ਬਹੁਤ ਸਿਹਤ ਖਰਾਬ ਰਹੀ, ਬਾਹਲੀ ਗੱਲ ਵਧੀਆ ਹੁੰਦੀ ਨਹੀਂ, ਪਰ ਫਿਰ ਵੀ ਟਰਾਈ ਕਰਦਾ ਕਿ ਵੱਧ ਤੋਂ ਵੱਧ ਜਿੱਦਾਂ ਜਿੰਨੀ ਕੁ ਮੈਨੂੰ ਨੌਲੇਜ ਹੈਗੀ, ਜਿੰਨੀ ਕੁ ਮੈਨੂੰ ਸਮਝ ਹੈਗੀ ਆ ਆਪਣੇ ਗੁਰੂ ਬਾਰੇ, ਗੁਰੂ ਦੀ ਬਾਣੀ ਬਾਰੇ, ਜਾਂ ਪਰਮਾਤਮਾ ਜੋ ਮੈਂ ਇਸ ਗੁਰੂ ਤੋਂ ਸਿੱਖਿਆ ਉਹਦੇ ਬਾਰੇ, ਉਹ ਮੈਂ ਤੁਹਾਡੇ ਨਾਲ ਸ਼ੇਅਰ ਆਪਣੀ ਗੱਲ ਕਰਦਾ। ਕੋਈ ਇਹ ਨਹੀਂ ਹੈ ਕਿਸੇ ਨਾਲ ਕੋਈ ਬਹਿਸ ਵਸਾਈਆ ਨਹੀਂ ਮੈਂ ਕਰ ਰਿਹਾ। ਮੈਂ ਸਿਰਫ ਆਪਣੀ ਗੱਲ ਰੱਖ ਰਿਹਾ ਕਿ ਜੋ ਮੈਂ ਸੋਚਦਾ, ਜੋ ਮੈਂ ਸਮਝਿਆ ਆਪਣੇ ਗੁਰੂ ਤੋਂ, ਜੋ ਮੈਂ ਗੁਰੂ ਤੋਂ ਗੱਲ ਸਮਝੀ ਉਹਦੀ ਮੈਂ ਗੱਲ ਕਰ ਰਿਹਾ। ਔਰ ਗੁਰੂ ਦੀ ਗੱਲ ਨੂੰ ਸਮਝਣ ਦੇ ਲਈ, ਗੁਰੂ ਦੀ ਬਾਣੀ ਨੂੰ ਸਮਝਣ ਦੇ ਲਈ, ਗੁਰੂ ਦੇ ਮਿਸ਼ਨ ਨੂੰ, ਫਲਸਫੇ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਉਹ ਟਾਈਮ ਦੇਖਣਾ ਪੈਣਾ ਜਦੋਂ ਸਾਡੇ ਗੁਰੂ ਮਹਾਰਾਜ ਨੇ ਅਵਤਾਰ ਧਾਰਿਆ ਇਸ ਜਹਾਨ 'ਤੇ, ਇਸ ਧਰਤੀ 'ਤੇ। ਉਹ ਸਮਾਂ ਕਿਹੋ ਜਿਹਾ ਸੀਗਾ, ਉਸ ਸਮੇਂ ਦੇ ਹਾਲਾਤ ਕਿਹੋ ਜਿਹੇ ਸੀ, ਕਿਹੜੇ ਲੋਕਾਂ ਦਾ ਦਬਦਬਾ ਸੀ, ਕਿਹੜੇ ਲੋਕੀ ਦੱਬੇ ਹੋਏ ਸੀਗੇ। ਇਹ ਸਭ ਚੀਜ਼ਾਂ ਨੂੰ ਦਿਮਾਗ 'ਚ ਰੱਖ ਕੇ ਫਿਰ ਹੀ ਸਾਨੂੰ ਸਮਝ ਲੱਗਣੀ ਕਿ ਅਸਲ ਸਾਡੇ ਗੁਰੂ ਮਹਾਨ ਕਿਵੇਂ ਬਣੇ, ਉਹ ਇੱਕ ਕ੍ਰਾਂਤੀਕਾਰੀ ਗੁਰੂ ਕਿਵੇਂ ਬਣੇ, ਉਹ ਗੁਰੂਆਂ ਦੇ ਉਹ ਗੁਰੂ ਕਿਵੇਂ ਬਣੇ, ਉਹ ਧਰੁਵ ਤਾਰਾ ਕਿਵੇਂ ਬਣੇ ਇੰਡੀਆ ਦੀ ਧਰਤੀ ਦਾ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਿਹੜਾ ਜਨਮ ਆ ਉਹ 1433 ਨੂੰ ਮਾਘ ਸੁਦੀ 15 ਮਾਘ ਸੁਦੀ ਸ੍ਰੀ ਗੋਵਰਧਨਪੁਰ ਬਨਾਰਸ ਵਿਖੇ ਹੋਇਆ। ਇਹ ਤਾਂ ਚਲੋ ਸਭ ਨੂੰ ਪਤਾ ਹੈ ਕਿ ਉੱਥੇ ਜਨਮ ਗੁਰੂ ਮਹਾਰਾਜ ਦਾ ਕਾਂਸ਼ੀ ਵਿੱਚ ਹੋਇਆ। ਕਾਂਸ਼ੀ ਗੜ੍ਹ ਸੀ ਬ੍ਰਾਹਮਣਵਾਦੀ ਵਿਵਸਥਾ ਦਾ, ਉਹ ਵਿਵਸਥਾ ਜਿਹਨੇ ਸਮਾਜ ਨੂੰ ਲੀਰੋ ਲੀਰ ਕੀਤਾ ਹੋਇਆ ਸੀ। ਉਹ ਵਿਵਸਥਾ ਜਿਹਦੇ ਵਿੱਚ ਇਨਸਾਨੀਅਤ ਦਾ ਕੋਈ ਨਾਂ ਨਿਸ਼ਾਨ ਹੀ ਹੈ ਨਹੀਂ ਸੀ। ਇਨਸਾਨ ਨੂੰ ਇਨਸਾਨ ਨਹੀਂ ਸਗੋਂ ਪਸ਼ੂ ਤੋਂ ਵੀ ਮਾੜਾ ਸਮਝਿਆ ਜਾਂਦਾ ਸੀ। ਉਹ ਇਸ ਟਾਈਮ ਉਹ ਸੀ ਜਦੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਅਵਤਾਰ ਧਾਰਿਆ। ਹੁਣ ਇਸ ਗੱਲ ਨੂੰ ਆਪਾਂ ਦਿਮਾਗ 'ਚ ਰੱਖ ਕੇ ਚੱਲੀਏ ਨਾ ਜੇ ਕਿ ਕਿਹੋ ਜਿਹੇ ਹਾਲਾਤ ਸੀ ਜਦੋਂ ਗੁਰੂ ਪੈਦਾ ਹੋਏ, ਤਾਂ ਸਾਨੂੰ ਸਮਝ ਆਊਗੀ ਕਿ ਗੁਰੂ ਨੇ ਕਿਹੜੇ ਦੁੱਖਾਂ ਵਿੱਚੋਂ ਨਿਕਲ ਕੇ, ਕਿਹੜੇ ਦੁੱਖ ਤਕਲੀਫਾਂ ਝੱਲ ਕੇ, ਕਿਹੋ ਜਿਹੇ ਆਪਣੇ ਦਿਮਾਗੀ ਸ਼ਕਤੀ ਦੇ ਨਾਲ, ਦਿਮਾਗ ਦੀ ਸ਼ਕਤੀ ਦੇ ਨਾਲ, ਇੱਕ ਪਾਵਰ ਦੇ ਨਾਲ ਉਹਨਾਂ ਨੇ ਪੂਰੇ ਸਮਾਜ ਦਾ, ਉਸ ਸਮਾਜ ਦਾ ਟਾਕਰਾ ਕੀਤਾ ਜਿਹੜਾ ਸਮਾਜ ਇਨਸਾਨ ਨੂੰ ਇਨਸਾਨ ਸਮਝਦਾ ਹੀ ਨਹੀਂ ਸੀ ਬਿਲਕੁਲ ਵੀ। ਔਰ ਇਹੋ ਜਿਹੇ ਸਿਧਾਂਤਾਂ ਦੀ ਰਚਨਾ ਕੀਤੀ ਜਿਹੜੇ ਸਿਧਾਂਤ ਵਰਲਡ ਵਾਈਡ ਜਿਹੜੇ ਉਹ ਐਕਸੈਪਟ ਹੋਏ, ਮਸ਼ਹੂਰ ਹੋਏ। ਔਰ ਇਹਦੇ ਨਾਲ ਸਾਨੂੰ ਇਹ ਵੀ ਸੋਚਣਾ ਪੈਣਾ ਕਿ ਅਸੀਂ ਅੱਜ ਕਿੱਥੇ ਹਾਂ, ਅਸੀਂ ਗੁਰੂ ਮਹਾਰਾਜ ਨੂੰ ਕਿੰਨਾ ਸਮਝੇ, ਅਸੀਂ ਆਪਣੀ ਲਾਈਫ ਨੂੰ ਕਿੰਨਾ ਚੇਂਜ ਕੀਤਾ, ਕਿੰਨਾ ਮਤਲਬ ਤਬਦੀਲ ਕਿੰਨਾ ਕੀਤਾ ਆਪਣੀ ਲਾਈਫ ਨੂੰ। ਇਹ ਸਮਝਣ ਦੀ ਜ਼ਰੂਰਤ ਬਹੁਤ ਜ਼ਿਆਦਾ ਹੈਗੀ। ਗੁਰੂ ਮਹਾਰਾਜ ਦਾ ਜਨਮ ਜਦੋਂ ਹੋਇਆ, ਸਭ ਤੋਂ ਪਹਿਲੀ ਜਿਹੜੀ ਬ੍ਰਾਹਮਣ ਨੇ ਕਹਾਣੀ ਉਹਨਾਂ ਨਾਲ ਜੋੜੀ ਉਹ ਸੀਗੀ ਕਿ ਗੁਰੂ ਮਹਾਰਾਜ ਜਦੋਂ ਬੱਚੇ ਸੀ, ਪੈਦਾ ਹੋਏ ਤਾਂ ਉਹ ਰੋਂਦੇ ਸੀਗੇ। ਤਾਂ ਉਸ ਟਾਈਮ ਦੇ ਮਹਾਨ ਸੰਤ ਜਿਹੜੇ ਸੀਗੇ ਰਾਮਾਨੰਦ ਜੀ, ਉਸ ਸਮੇਂ ਦੇ ਮਹਾਨ ਬ੍ਰਾਹਮਣ ਸੰਤ ਰਾਮਾਨੰਦ ਜੀ ਉੱਥੇ ਉਹਨਾਂ ਦੇ ਘਰ ਦੇ ਲਾਗੇ ਕਿਤੇ ਆਏ। ਤਾਂ ਘਰਦਿਆਂ ਨੇ ਪੁੱਛਿਆ ਕਿ ਬੱਚਾ ਮਹਾਰਾਜ ਰੋਂਦਾ ਕਿਉਂ। ਤਾਂ ਕਹਾਣੀ ਦੇਖੋ ਕਿਵੇਂ ਨਾਲ ਜੋੜੀ ਕਿ ਜਿਹੜੇ ਰਾਮਾਨੰਦ ਸੀਗੇ, ਜਿਹੜੇ ਗੁਰੂ ਰਾਮਾਨੰਦ ਸੀਗੇ, ਉਹ ਕਹਿੰਦੇ ਕਿ ਵੀ ਇਹ ਪਿਛਲੇ ਜਨਮ ਵਿੱਚ ਇੱਕ ਬ੍ਰਾਹਮਣ ਸੀਗਾ ਔਰ ਇਹਨੇ ਕਿਸੇ ਚਮਾਰ ਦੇ ਘਰੋਂ ਖਾਣਾ ਲਿਆ ਕੇ ਤੇ ਦੇਵਤੇ ਨੂੰ ਭੋਗ ਲਵਾਇਆ ਸੀ, ਜਿਹਦੇ ਕਰਕੇ ਉਹ ਦੇਵਤਾ ਜਿਹਨੂੰ ਆਪਾਂ ਕਹਿੰਦੇ ਮੂਰਤੀ ਨੇ ਇਹਨੂੰ ਸ਼ਰਾਪ ਦਿੱਤਾ ਕਿ ਤੂੰ ਅਗਲੇ ਜਨਮ ਵਿੱਚ ਤੂੰ ਚਮਾਰ ਹੀ ਬਣੇਗਾ। ਸੋ ਇਹ ਸਟੋਰੀ ਇੱਕ ਇਹੋ ਜਿਹੀ ਨਾਲ ਜੋੜੀ ਕਿਉਂਕਿ ਜਿਹੜਾ ਬ੍ਰਾਹਮਣ ਸਮਾਜ ਆ ਨਾ,
ਜਿਹੜਾ ਬ੍ਰਾਹਮਣ ਆ ਉਹ ਸਟੋਰੀਆਂ ਬਣਾਉਣ ਵਿੱਚ ਬਹੁਤ ਮਾਹਰ ਆ। ਉਹਨਾਂ ਦੇ ਕੋਲ ਇੱਕ ਚੀਜ਼ ਹੈ ਜਿਹੜੀ ਬਹੁਤ ਵਧੀਆ, ਸਟੋਰੀਆਂ ਕਹਾਣੀਆਂ ਬਣਾਉਣ ਦੇ ਵਿੱਚ ਬਹੁਤ ਮਾਹਰ ਆ। ਔਰ ਅਸੀਂ ਉਸ ਕਹਾਣੀ ਨੂੰ ਸੱਚ ਮੰਨ ਬੈਠੇ, ਕਿਉਂਕਿ ਬ੍ਰਾਹਮਣ ਚਾਹੁੰਦਾ ਸੀ ਸਾਡੇ ਦਿਮਾਗ ਵਿੱਚ ਇਹ ਗੱਲ ਪਾਈ ਜਾਵੇ ਕਿ ਬ੍ਰਾਹਮਣ ਨੂੰ ਨੌਲੇਜ ਜ਼ਿਆਦਾ ਸਾਡੇ ਤੋਂ, ਕਿ ਉਹਨੂੰ ਪਹਿਲਾਂ ਹੀ ਪਤਾ ਸੀ ਕਿ ਗੁਰੂ ਦਾ ਜਨਮ ਹੋਇਆ, ਪਰ ਉਹ ਪਿਛਲੇ ਜਨਮ ਦੇ ਵਿੱਚ ਇੱਕ ਬ੍ਰਾਹਮਣ ਸੀ ਉਹ, ਅਤੇ ਉਹਦੀ ਗਲਤੀ ਕਰਕੇ ਉਹਨੂੰ ਸਜ਼ਾ ਮਿਲੀ। ਇਹਦਾ ਕਹਾਣੀ ਦਾ ਭਾਵ ਇਹ ਸੀਗਾ ਕਿ ਸਾਨੂੰ ਇਸ ਗੱਲ 'ਚ ਫਸਾਇਆ ਜਾਵੇ ਕਿ ਸਾਡੇ ਕਰਮ ਸਾਨੂੰ ਮਾੜਾ ਬਣਾਉਂਦੇ ਆ। ਸਾਡੇ ਜਿਹਨੂੰ ਅਸੀਂ ਲੱਕ ਕਹਿ ਦਿੰਦੇ ਜਾਂ ਜਿਹਨੂੰ ਅਸੀਂ ਕਿਸਮਤ ਕਹਿ ਦਿੰਦੇ, ਕਿਸਮਤ ਸਾਨੂੰ ਮਾੜਾ ਬਣਾਉਂਦੀ ਹੈ। ਇਹ ਸਾਡੇ ਦਿਮਾਗ 'ਚ ਪਾ ਦਿੱਤਾ ਬ੍ਰਾਹਮਣ ਨੇ ਸਟੇਟ ਬਾਈ, ਔਰ ਅਸੀਂ ਇਸ ਗੱਲ ਨੂੰ ਦਿਮਾਗ 'ਚ ਪਾ ਲਿਆ, ਜਦ ਕਿ ਇੱਦਾਂ ਹੋਇਆ ਕੁਛ ਨਹੀਂ। ਕਿਉਂਕਿ ਗੁਰੂ ਸਾਹਿਬ ਨੇ ਸਾਫ਼ ਹੀ ਗੱਲ ਕਰਤੀ ਕਿ ਇਹੋ ਜਿਹਾ ਕੁਛ ਨਹੀਂ ਹੁੰਦਾ। ਹੁਣ ਅੱਗੇ ਚੱਲੀਏ ਕਿ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਇਸਟੈਬਲਿਸ਼ ਕਿੱਦਾਂ ਕੀਤਾ, ਉਹਨੇ ਆਪਣੇ ਆਪ ਨੂੰ ਕਾਮਯਾਬ ਕਿੱਦਾਂ ਕੀਤਾ, ਆਪਣੇ ਆਪ ਨੂੰ ਪੂਰੀ ਦੁਨੀਆ ਵਿੱਚ ਉਹਨੇ ਮੂਹਰੇ ਦੁਨੀਆ ਦਾ ਸਾਹਮਣਾ ਕਿੱਦਾਂ ਕੀਤਾ। ਮਾफ़ ਕਰਨਾ, ਮੇਰੇ ਕੋਲ ਇੰਨੀ ਵਧੀਆ ਗੱਲ ਹੁੰਦੀ ਨਹੀਂ, ਪਰ ਸੌਰੀ, ਤੁਸੀਂ ਬਣੇ ਰਹੋ, ਥੋੜ੍ਹਾ ਜਿਹਾ ਸਬਰ ਰੱਖਿਓ, ਮੈਨੂੰ ਗੱਲ ਪੂਰੀ ਅੱਜ ਕਰ ਲੈਣ ਦਿਓ, ਨਹੀਂ ਤਾਂ ਫਿਰ ਦਿਮਾਗ 'ਚ ਘੁੰਮਦੀ ਰਹਿੰਦੀ ਗੱਲ, ਫਿਰ ਕਈ ਵਾਰੀ ਨਾ ਭੁੱਲ ਜਾਂਦੀ, ਫਿਰ ਗੱਲ ਹੁੰਦੀ ਨਹੀਂ। ਦੇਖੋ, ਫਿਰ ਗੁਰੂ ਮਹਾਰਾਜ ਜਿਹੜੇ ਉਹਨਾਂ ਨੇ ਇਹ ਕਿਹਾ ਜਾਂਦਾ, ਇਤਿਹਾਸ ਵਿੱਚ ਇਹ ਗੱਲ ਹੈਗੀ ਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਔਰ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਨੇ ਜਿਹੜੀ ਸਿੱਖਿਆ ਸੀ ਉਹ ਰਾਮਾਨੰਦ ਉਹਨਾਂ ਤੋਂ ਲਈ ਸੀਗੀ। ਜਿਹੜੇ ਰਾਮਾਨੰਦ ਉਹਨਾਂ ਦੇ ਗੁਰੂ ਸੀਗੇ, ਤਾਂ ਉਹ ਕਿੱਡੇ ਮਹਾਨ ਇਨਸਾਨ ਸੀਗੇ ਜਾਂ ਕਿੱਡੇ ਮਹਾਨ ਉਹ ਰਹਿਬਰ ਸੀਗੇ, ਜਿਨ੍ਹਾਂ ਨੇ ਉਸ ਸਮੇਂ ਦੇ ਬ੍ਰਾਹਮਣ ਗੁਰੂ ਤੋਂ ਵਧੀਆ ਸਿੱਖਿਆ ਲਈ, ਔਰ ਸਿੱਖਿਆ ਲੈ ਕੇ ਉਸ ਸਿੱਖਿਆ ਦੇ ਆਧਾਰ ਦੇ ਉੱਤੇ ਆਪਣੇ ਆਪ ਨੂੰ ਸਿੱਖਿਅਤ ਕੀਤਾ, ਆਪਣੇ ਆਪ ਨੂੰ ਸਿੱਖਿਅਤ ਕਰਕੇ ਐਜੂਕੇਟ ਕਰਕੇ ਸਮੇਂ ਦੇ ਹਾਕਮਾਂ ਨਾਲ ਵੀ ਮੱਥਾ ਲਾਇਆ, ਸਮੇਂ ਦੇ ਧਾਰਮਿਕ ਆਗੂਆਂ ਨਾਲ ਵੀ ਮੱਥਾ ਲਾਇਆ, ਔਰ ਜਿੱਤ ਪ੍ਰਾਪਤ ਕੀਤੀ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਇੱਕ ਸ਼ਬਦ ਜਿਹਦੀ ਮੈਂ ਖੁੱਲ੍ਹ ਕੇ ਵਿਆਖਿਆ ਕਰਨੀ ਥੋੜ੍ਹੀ ਚਾਹੁੰਦਾ, ਉਹ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਿਕ ਜਲ ਤਰੰਗ ਜੈਸਾ। ਅਸੀਂ ਇਹ ਸ਼ਬਦ ਬਹੁਤ ਸੁਣਦੇ ਹਾਂ, ਬਹੁਤ ਧਿਆਨ ਨਾਲ ਸੁਣਦੇ ਵੀ ਹਾਂ, ਔਰ ਅਸੀਂ ਵਾਹਵਾ ਵੀ ਬਹੁਤ ਕਰਦੇ ਹਾਂ। ਇਹਦਾ ਕਦੀ ਅਰਥ ਸਮਝਣ ਦੀ ਟਰਾਈ ਕੀਤੀ ਨਹੀਂ। ਸਾਫ਼ ਅਤੇ ਸੁਥਰਾ ਸ਼ਬਦ ਦਾ ਅਰਥ ਇਹ ਆ, ਪਹਿਲਾਂ ਇਸ ਗੱਲ ਨੂੰ ਸਮਝੀਏ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਇੱਕ ਇਨਸਾਨੀ ਜਾਮੇ ਦੇ ਵਿੱਚ ਇੱਥੇ ਪੈਦਾ ਹੋਏ ਸੀ। ਜਦੋਂ ਇਨਸਾਨੀ ਜਾਮੇ 'ਚ ਪੈਦਾ ਹੋਏ ਤਾਂ ਉਹਨਾਂ ਨੇ ਫਿਰ ਕੀ ਸਮਝਿਆ ਕਿ ਜਿਹੜਾ ਬ੍ਰਾਹਮਣ ਸੀਗਾ ਨਾ, ਬ੍ਰਾਹਮਣ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਘੜ ਕੇ, ਰੱਬ ਦੀਆਂ ਕਹਾਣੀਆਂ ਘੜ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ, ਗੁੰਮਰਾਹ ਕਰਦਾ ਸੀ। ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਸਾਫ਼ ਗੱਲ ਕਰਤੀ, ਕਲੀਅਰ ਕਰਤੀ, ਜਿਹੜੀ ਹਰ ਕਿਸੇ ਨੂੰ ਸਮਝਣ ਦੀ ਅੱਜ ਵੀ ਲੋੜ ਹੈ, ਔਰ ਕੱਲ੍ਹ ਨੂੰ ਵੀ ਲੋੜ ਰਹਿਣੀ ਆ। ਆਉਣ ਵਾਲੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਬਹੁਤ ਜ਼ਿਆਦਾ ਇਸ ਗੱਲ ਦੀ, ਕਿ ਪਖੰਡਵਾਦ ਤੋਂ ਬਾਹਰ ਨਿਕਲੀਏ, ਗੁਰੂ ਦੀ ਗੱਲ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ। ਬਸ ਜੇ ਕੋਈ ਮੈਨੂੰ ਪੁੱਛਦਾ ਕਿ ਤੂੰ ਰਵਿਦਾਸੀਆ ਕਿੱਦਾਂ ਕਹਿੰਦਾ ਵੀ ਆਪਣੇ ਆਪ ਨੂੰ, ਤਾਂ ਮੈਂ ਸਾਫ਼ ਕਹਿੰਦਾ ਹੁੰਦਾ ਕਿ ਮੇਰਾ ਧਰਮ ਰਵਿਦਾਸੀਆ ਨਹੀਂ ਹੈਗਾ, ਮੈਂ ਨਹੀਂ ਮੰਨਦਾ ਕਿਸੇ ਧਰਮ ਨੂੰ। ਮੈਂ ਇਨਸਾਨ ਰਵਿਦਾਸੀਆ ਇਸ ਕਰਕੇ ਹਾਂ ਕਿਉਂਕਿ ਮੈਂ ਆਪਣੇ ਸਤਿਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਮੰਨਦਾ, ਔਰ ਉਸ ਸਿੱਖਿਆ ਨੂੰ ਸਲਾਮ ਕਰਦਾ, ਜਿਹੜੀ ਸਿੱਖਿਆ ਨੇ ਮੇਰੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਮੈਨੂੰ ਪ੍ਰੇਰਿਤ ਕੀਤਾ। ਇਹ ਗੱਲ ਨੂੰ ਸਮਝੀਏ ਆਪਾਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਿਕ ਜਲ ਤਰੰਗ ਜੈਸਾ। ਇਹ ਸ਼ਬਦ ਦੀ ਥੋੜ੍ਹੀ ਜਿਹੀ ਕਲੀਅਰ ਗੱਲ ਆਪਾਂ ਕਰ ਲਈਏ ਤਾਂ ਸਾਫ਼ ਸੁਥਰਾ ਅਰਥ ਹੈਗਾ ਕਿ ਸਾਡੇ ਔਰ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਮੈਂ ਗੱਲ ਉੱਥੋਂ ਸ਼ੁਰੂ ਕੀਤੀ ਸੀ ਕਿ ਗੁਰੂ ਜੀ ਇੱਕ ਇਨਸਾਨੀ ਜਾਮੇ ਦੇ ਵਿੱਚ ਆਏ ਸੀ, ਤਾਂ ਸਮਝੀਏ ਕਿ ਗੁਰੂ ਨੇ ਇਹੀ ਕਿਹਾ ਸੀ ਕਿ ਮੇਰੇ ਅਤੇ ਤੇਰੇ ਵਿੱਚ ਕੋਈ ਫਰਕ ਨਹੀਂ ਹੈਗਾ। ਰੱਬਾ, ਜਿਹੜਾ ਬ੍ਰਾਹਮਣ ਸਾਨੂੰ ਬੇਵਕੂਫ ਬਣਾ ਰਿਹਾ ਨਾ ਕਿ ਆਹ ਮੂਰਤੀ ਨੂੰ ਮੱਥਾ ਟੇਕੋ, ਆਹ ਪਖੰਡ ਕਰੋ ਅਤੇ ਉਹ ਪਖੰਡ ਕਰੋ, ਅਤੇ ਐਂ ਕਰੋ ਅਤੇ ਨਹਾਓ, ਜੇ ਕਰੋ ਗੰਗਾ ਨਹਾਓ, ਜੇ ਕਰੋ ਵੋ ਕਰੋ, ਇੱਦਾਂ ਰੱਬ ਕਦੇ ਨਹੀਂ ਮਿਲਦਾ। ਰੱਬ ਤੁਸੀਂ ਆਪ ਆ, ਅਸੀਂ ਰੱਬ ਆਪ ਆ। ਜੇ ਮੈਂ ਕਹਾਂ ਨਾ ਕਿ ਮੈਂ ਰੱਬ ਆ, ਤਾਂ ਮੈਂ ਇਸ ਗੱਲ ਨੂੰ ਕੋਈ ਗਲਤ ਨਹੀਂ ਮੰਨਦਾ। ਪਤਾ ਕਿਉਂ? ਕਿਉਂਕਿ ਆਪਾਂ ਸਾਰੇ ਰੱਬ ਦਾ ਰੂਪ ਆ। ਉਹ ਕਿੱਦਾਂ? ਜਿਵੇਂ ਇੱਕ ਸੋਨੇ ਦਾ ਭੰਡਾਰ ਹੋਵੇ ਨਾ, ਸੋਨੇ ਦੀ ਇੱਟ ਹੋਵੇ ਸਪੋਜ਼, ਔਰ ਉਹ ਇੱਟ ਹੈਗਾ ਰੱਬ,
ਇੱਟ ਤੋਂ ਜਿੰਨੇ ਗਹਿਣੇ ਬਣੇ ਉਹ ਅਸੀਂ ਹੈਗੇ ਲੋਕ ਸਾਰੇ। ਮਤਲਬ ਜਦੋਂ ਅਸੀਂ ਢਲ ਕੇ ਉਸ ਸੋਨੇ ਵਿੱਚ ਰਲਣਾ ਤਾਂ ਅਸੀਂ ਰੱਬ ਦਾ ਰੂਪ ਬਣ ਜਾਣਾ, ਅਸੀਂ ਉਹਦੇ ਵਿੱਚੋਂ ਹੀ ਨਿਕਲਣਾ, ਉਹਦੇ ਵਿੱਚ ਚਲ ਜਾਣਾ। ਸੋ ਇਸ ਦਾ ਮਤਲਬ ਇਹੀ ਆ ਕਿ ਅਸੀਂ ਰੱਬ ਆਪ ਆ, ਸਾਰੇ ਰੱਬ ਦਾ ਰੂਪ ਆ। ਜਿਹੜੀ ਵੀ ਚੀਜ਼ ਬਾਹਰ ਦਿਸ ਰਹੀ ਸਾਨੂੰ ਕੁਦਰਤ ਦੇ ਤੌਰ 'ਤੇ ਹਰ ਚੀਜ਼ ਰੱਬ ਦਾ ਰੂਪ ਆ। ਉਹ ਰੱਬ ਨੇ ਸਾਡੇ ਲਈ, ਸਭ ਲਈ ਬਣਾਈ ਹੋਈ, ਇੱਕ ਦੂਸਰੇ ਦੀ ਹੈਲਪ ਲਈ ਬਣਾਈ ਹੋਈ ਆ। ਪਰ ਅਸੀਂ ਰੱਬ ਲੱਭੀ ਜਾਂਦੇ ਮੰਦਿਰਾਂ ਦੇ ਵਿੱਚ, ਅਸੀਂ ਰੱਬ ਲੱਭੀ ਜਾਂਦੇ ਹਾਂ ਮੱਥੇ ਟੇਕ ਟੇਕ ਕੇ, ਅਸੀਂ ਰੱਬ ਲੱਭੀ ਜਾਂਦੇ ਹਾਂ ਪਾਠ ਕਰਾ ਕਰਾ ਕੇ। ਬ੍ਰਾਹਮਣ ਨੇ ਸਾਡੇ ਦਿਮਾਗ 'ਚ ਇਹ ਗੱਲ ਪਾਈ ਕਿ ਅਸੀਂ ਪਖੰਡ ਦੇ ਨਾਲ ਹੀ ਰੱਬ ਨੂੰ ਲੱਭ ਸਕਦੇ ਹਾਂ, ਅਤੇ ਸੱਚੀ ਉਹੀ ਗੱਲ ਕਰਦੇ, ਗੁਰੂ ਦੀ ਗੱਲ ਨੂੰ ਸਮਝਦੇ ਨਹੀਂ ਕੋਈ ਵੀ। ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਪਰ ਇਹ ਗੱਲ ਸੱਚਾਈ ਹੈ ਕਿ ਅਸੀਂ ਗੁਰੂ ਦੀ ਗੱਲ ਨੂੰ ਸਮਝਦੇ ਨਹੀਂ। ਅਸੀਂ ਉਹੀ ਪਖੰਡ ਕਰਦੇ ਜੋ ਬ੍ਰਾਹਮਣ ਸਾਡੇ ਤੋਂ ਕਰਾਉਣਾ ਚਾਹੁੰਦਾ ਸੀ, ਜੋ ਚਾਹੁੰਦਾ, ਹੱਲੇ ਵੀ ਚਾਹੁੰਦਾ ਤੇ ਚਾਹੁੰਦਾ ਸੀ। ਉਹ ਗੁਰੂ ਨੇ ਸਾਫ਼ ਕਿਹਾ ਕਿ ਮਿਹਨਤ ਕਰੋਗੇ, ਪਰਮਾਤਮਾ ਨੂੰ ਸਿੱਧੇ ਹੋ ਕੇ ਉਹਦੇ ਚਰਨਾਂ 'ਚ ਅਰਦਾਸ ਕਰੋਗੇ ਤਾਂ ਤੁਸੀਂ ਸਭ ਪਰਮਾਤਮਾ ਦਾ ਰੂਪ ਬਣ ਜਾਓਗੇ। ਮਿਹਨਤ ਕਰੋਗੇ ਤਾਂ ਤੁਸੀਂ ਕਾਮਯਾਬ ਹੋ ਜਾਓਗੇ। ਅੱਗੇ ਗੱਲ ਆ ਗਈ ਸਤਿਗੁਰਾਂ ਦੇ ਸ਼ਬਦ, ਜਿਹੜੀ ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੇ ਥਾਉ। ਆਪਾਂ ਆਮ ਦੇਖਦੇ ਕਿ ਗਾਣੇ ਅਸੀਂ ਗਾਈ ਜਾਂਦੇ ਜੀ, ਬੇਗਮਪੁਰਾ ਬਣਾਉਣਾ ਜੀ, ਬੇਗਮਪੁਰਾ ਬਣ ਗਿਆ ਜੀ, ਰਾਜ ਰਵਿਦਾਸੀਆਂ ਦਾ ਆ ਗਿਆ ਜੀ। ਮਾੜੀ ਜੀ ਗੱਲ ਹੁੰਦੀ ਨਾ ਚੱਕ ਦਿੰਦੇ ਕੰਮ ਨੂੰ, ਰਾਜ ਰਵਿਦਾਸੀਆਂ ਦਾ ਆ ਗਿਆ, ਬੇਗਮਪੁਰਾ ਬਣਾ ਲਿਆ, ਬਣ ਜਾਣਾ ਜੀ, ਬਣਾ ਲੈਣਾ ਜੀ। ਕਾਹਦੇ ਨਾਲ ਬਣਾ ਲੈਣਾ, ਪਹਿਲਾਂ ਦੱਸੋ, ਸੋਚੋ ਇਸ ਗੱਲ ਨੂੰ। ਬੇਗਮਪੁਰਾ ਇੱਕ ਕਨਸੈਪਟ ਗੁਰੂ ਨੇ ਦਿੱਤਾ ਸਾਨੂੰ। ਇਹ ਨਹੀਂ ਮਤਲਬ ਹੈਗਾ ਕਿ ਅਸੀਂ ਬਣਾਉਣਾ। ਜਿਹੜਾ ਵੀ ਰਾਜ ਕਰਦੀ ਪਾਰਟੀ ਹੋਊਗੀ ਜਾਂ ਰਾਜ ਕਰਦੀ ਧਿਰ ਹੋਊਗੀ, ਉਹਦੇ ਲਈ ਇੱਕ ਸਿੱਖਿਆ ਸੀਗੀ ਕਿ ਉਹ ਰਾਜ ਚਾਹੀਦਾ, ਉਹ ਰਾਜ ਹੋਣਾ ਚਾਹੀਦਾ ਜਿਸ ਰਾਜ ਵਿੱਚ ਸਾਰੇ ਬਰਾਬਰ ਹੋਣ, ਜਿਸ ਰਾਜ ਵਿੱਚ ਸਾਰੇ ਇੱਕੋ ਜਿਹੇ ਹੋਣ, ਜਿਸ ਰਾਜ ਵਿੱਚ ਕੋਈ ਦੁੱਖ ਤਕਲੀਫ ਨਾ ਹੋਵੇ, ਜਿਸ ਰਾਜ ਵਿੱਚ ਕੋਈ ਉੱਚਾ ਨੀਵਾਂ ਨਾ ਹੋਵੇ। ਇਹੋ ਜਿਹਾ ਰਾਜ ਗੁਰੂ ਮਹਾਰਾਜ ਕਹਿੰਦੇ ਸੀ ਕਿ ਇਹੋ ਜਿਹਾ ਰਾਜ ਹੋਣਾ ਚਾਹੀਦਾ ਆ। ਇਸ ਨੂੰ ਦੂਜੇ ਪਾਸੇ ਲਈਏ ਤਾਂ ਉਹ ਕਿੱਦਾਂ ਹੋਣਾ, ਕਿੱਦਾਂ ਉਸ ਰਾਜ ਦੀ ਆਪਾਂ ਪ੍ਰਾਪਤੀ ਕਰ ਸਕਦੇ, ਉਹ ਸਿੱਧੀ ਗੱਲ ਇਹ ਬਣਦੀ ਆ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਇੰਨੇ ਵਧੀਆ ਬਣਾਓ, ਪੜ੍ਹਾਈ ਕਰੋ। ਮਹਾਰਾਜ ਨੇ ਸਾਫ਼ ਕਿਹਾ, ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ। ਮਹਾਰਾਜ ਨੇ ਖੁਦ ਕਿਹਾ ਕਿ ਪੜ੍ਹਾਈ ਨੂੰ ਆਪਣੀ ਜ਼ਿੰਦਗੀ 'ਚ ਅਪਣਾਓ। ਦੂਜੀ ਗੱਲ ਕਹੀ ਕਿ ਮਿਹਨਤ ਨੂੰ ਆਪਣੀ ਜ਼ਿੰਦਗੀ 'ਚ ਅਪਣਾਓ, ਅਤੇ ਮਿਹਨਤ ਅਤੇ ਪੜ੍ਹਾਈ ਕਰਕੇ ਆਪਣੇ ਆਪ ਨੂੰ ਦੂਜਿਆਂ ਦੇ ਬਰਾਬਰ ਕਰੋ। ਤੋਂ ਬਰਾਬਰ ਕਰੋਗੇ ਤਾਂ ਤੁਹਾਨੂੰ ਕੋਈ ਵੀ ਊਚ ਨੀਚ ਨਹੀਂ ਤੁਹਾਡੇ ਨਾਲ ਕਰੂਗਾ, ਕੋਈ ਵੀ ਤੁਹਾਡੇ ਨਾਲ ਫਰਕ ਨਹੀਂ ਕਰੂਗਾ, ਤੁਹਾਡੇ ਨਾਲ ਕੋਈ ਵੀ ਧੋਖਾ ਨਹੀਂ ਕਰ ਸਕਦਾ। ਜੇ ਤੁਸੀਂ ਪੜ੍ਹੇ ਲਿਖੇ ਹੋਵੋਗੇ ਤਾਂ ਤੁਹਾਡੇ ਦਿਮਾਗ ਨੂੰ ਵਧੀਆ ਵਰਤੋਗੇ ਤਾਂ ਤੁਸੀਂ, ਕੋਈ ਤੁਹਾਡੇ ਨਾਲ ਧੋਖਾ ਨਹੀਂ ਕਰ ਸਕਦਾ, ਕੋਈ ਤੁਹਾਨੂੰ ਉੱਚਾ ਨੀਵਾਂ ਨਹੀਂ ਕਹਿ ਸਕਦਾ। ਔਰ ਇਸ ਗੱਲ ਨੂੰ ਮੈਂ ਆਪਣੀ ਜ਼ਿੰਦਗੀ 'ਚ ਪਰਖਿਆ ਹੋਇਆ। ਅਗਰ ਤੁਸੀਂ ਸੂਝਵਾਨ ਬਣਦੇ ਆ ਤਾਂ ਤੁਹਾਨੂੰ ਕੋਈ ਵੀ ਇਹ ਨਹੀਂ ਕਹਿੰਦਾ ਕਿ ਇਹ ਚਮਾਰ ਆ, ਇਹ ਬਾਲਮੀਕੀ ਆ, ਇਹ ਚੂੜਾ ਆ, ਇਹ ਤਖਾਣ ਆ, ਇਹ ਜੇ ਹੈ ਵੋ ਹੈ। ਕਦੀ ਨਹੀਂ ਹੋ ਸਕਦਾ। ਤੁਸੀਂ ਸਮਝਦਾਰ, ਤੁਸੀਂ ਇੰਟੈਲੀਜੈਂਟ ਆ ਤਾਂ ਤੁਹਾਨੂੰ ਹਰ ਕੋਈ ਬੰਦਾ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ 100 ਵਾਰ ਸੋਚੂਗਾ ਕਿ ਇਹਨੂੰ ਮੈਂ ਗਲਤ ਕਹਿਣ ਲੱਗਾ ਤਾਂ ਕੀ ਉਹਦਾ ਅਸਰ ਕੀ ਹੋਊਗਾ, ਸਿੱਟਾ ਕੀ ਨਿਕਲੂਗਾ। ਸੋ ਇਸ ਗੱਲ ਨੂੰ ਸਮਝੀਏ। ਰਹੀ ਗੱਲ ਹੁਣ ਦੂਸਰੀ ਆਪਣੇ ਮਿਹਨਤ ਦੀ, ਸਮਾਜ ਦੇ ਵਿੱਚ ਬਰਾਬਰਤਾ ਲੈਣ ਦੇ ਲਈ ਆਪਾਂ ਨੂੰ ਕੀ ਕਰਨਾ ਪੈਂਦਾ। ਇੱਕ ਪੜ੍ਹਾਈ ਹੋ ਗਈ, ਦੂਸਰੀ ਮਿਹਨਤ ਹੋ ਗਈ। ਮਿਹਨਤ ਦੇ ਨਾਲ ਕੀ ਆ, ਸਾਡੇ ਕੋਲ 4 ਪੈਸੇ ਆਊਗੇ, ਸਾਡਾ ਜਿਹੜਾ ਸਮਾਜਿਕ ਪੱਧਰ ਉੱਚਾ ਹੋਊਗਾ। ਚਾਹੇ ਅਸੀਂ ਉਹਦੇ ਲਈ ਆਪਣੀ ਪੜ੍ਹਾਈ ਕਰਕੇ, ਵਧੀਆ ਪੜ੍ਹਾਈ ਕਰਕੇ ਕੋਈ ਜੋਬ ਵਧੀਆ ਲਈਏ, ਜੇ ਨਹੀਂ ਜੋਬ ਲੈ ਸਕਦੇ ਤਾਂ ਮਿਹਨਤ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਕਰੀਏ, ਆਪਣੇ ਘਰ ਨੂੰ ਵਧੀਆ ਬਣਾਈਏ, ਆਪਣੇ ਰਹਿਣ ਸਹਿਣ ਨੂੰ ਵਧੀਆ ਬਣਾਈਏ, ਤਾਂ ਦੁਨੀਆ ਦੇ ਨਕਸ਼ੇ 'ਤੇ ਅਸੀਂ ਆਪਣੇ ਆਪ ਨੂੰ ਵੱਖਰੀ ਤਰ੍ਹਾਂ ਪੇਸ਼ ਕਰ ਸਕਾਂਗੇ। ਗੁਰੂ ਨੇ ਕਦੀ ਨਹੀਂ ਕਿਹਾ ਕਿ ਇਸ ਤਰ੍ਹਾਂ ਦੇ ਬਣੋ ਜਾਂ ਉਸ ਤਰ੍ਹਾਂ ਦੇ ਬਣੋ। ਉਹਨੇ ਕਿਹਾ ਕਿ ਬੁੱਧੀਮਾਨ ਬਣੋ, ਮਿਹਨਤੀ ਬਣੋ। ਇਹਦੇ ਨਾਲ ਨਾਲ ਮੈਂ ਗੱਲ ਛੋਟੀ ਜਿਹੀ ਜੋੜ ਦੇਵਾਂ ਸੰਤ ਸਰਵਣਦਾਸ ਜੀ ਮਹਾਰਾਜ ਬੱਲਾਂ ਵਾਲਿਆਂ ਦੀ। ਉਹਨਾਂ ਦੀ ਗੱਲ ਮੈਂ ਜ਼ਿਆਦਾ ਤਾਂ ਕਰਦਾ ਹੁੰਦਾ ਕਿ ਸੰਤ ਸਰਵਣਦਾਸ ਮਹਾਰਾਜ ਜੀ ਬੱਲਾਂ ਵਾਲਿਆਂ ਨੇ ਇੱਕੋ ਹੀ ਗੱਲ ਉਹ ਕਹਿੰਦੇ ਹੁੰਦੇ ਸੀਗੇ ਬੱਚਿਆਂ ਨੂੰ, ਸਾਰਿਆਂ ਨੂੰ, ਸੰਡੇ ਨੂੰ, ਕਿ ਦੇਖੋ ਪੜ੍ਹਾਈ ਤੁਹਾਡੀ ਜਿਹੜਾ ਜ਼ਿੰਦਗੀ ਦਾ ਜਿਹੜਾ ਨਾ ਉਹ ਦੁੱਖ ਕੱਟ ਸਕਦੀ, ਪੜ੍ਹਾਈ ਅਤੇ ਜਾਂ ਮਿਹਨਤ। 2 ਗੱਲਾਂ ਉਹਨੇ ਹਮੇਸ਼ਾ ਹੀ ਕਹਿਣੀਆਂ। ਇਹ ਮੇਰੇ ਫਾਦਰ ਸਾਹਿਬ ਮੈਨੂੰ ਦੱਸਦੇ ਹੁੰਦੇ ਸਾਫ਼, ਕਿਉਂਕਿ ਮੇਰੇ ਡੈਡੀ ਹੁਣੀ, ਪਿਤਾ ਜੀ ਹੁਣੀ ਉਹਨਾਂ ਦੇ ਨਾਲ ਰਹਿੰਦੇ ਸੀਗੇ, ਉਹਨਾਂ ਨੇ ਨਾਮਦਾਨ ਲਿਆ ਹੋਇਆ ਸੀ। ਔਰ ਇਹ ਗੱਲ ਮੈਂ ਕੋਈ ਕਹਾਣੀ ਕਿਸੇ ਦੀ ਸੁਣਦਾ ਨਹੀਂ ਕਦੀ ਵੀ,
ਜਿਹੜੇ ਮੈਨੂੰ ਜਾਣਦੇ ਉਹਨਾਂ ਨੂੰ ਪਤਾ ਕਿ ਮੈਂ ਕਿਸੇ ਕਹਾਣੀ 'ਚ ਵਿਸ਼ਵਾਸ ਨਹੀਂ ਕਰਦਾ ਜਦ ਤੱਕ ਮੈਂ ਉਹ ਚੀਜ਼ ਨੂੰ ਅੱਖੀਂ ਦੇਖ ਨਾ ਲਵਾਂ ਜਾਂ ਸਮਝ ਨਾ ਲਵਾਂ। ਇਸੇ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਨੂੰ, ਫਿਲਾਸਫੀ ਨੂੰ ਬਹੁਤ ਜ਼ਿਆਦਾ ਪੜ੍ਹਿਆ। ਸਕੂਲ ਕਾਲਜ ਟਾਈਮ ਤੋਂ ਪੜ੍ਹਦਾ ਆਇਆ, ਸਮਝਦਾ ਆਇਆ। ਅੱਜ ਤੱਕ ਸਮਝ ਲੱਗੀ ਨਹੀਂ ਪੂਰੀ। ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਸਾਰੀ ਗੱਲ ਸਮਝ ਗਿਆ, ਨਹੀਂ, ਪਰ ਜੋ ਮੈਂ ਸਮਝਿਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਗੁਰੂ ਨੇ ਕਿਹਾ ਕਿ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਓ, ਆਪਣੀ ਜ਼ਿੰਦਗੀ ਨੂੰ ਸਕਸੈਸਫੁਲ ਬਣਾਓ, ਕਾਮਯਾਬ ਬਣਾਓ, ਪਰਮਾਤਮਾ 'ਚ ਭਰੋਸਾ ਰੱਖੋ, ਪਰਮਾਤਮਾ ਦੀ ਬੰਦਗੀ ਕਰੋ, ਉਸ ਹਰੀ ਪਰਮਾਤਮਾ ਦੀ ਜਿਹਨੇ ਸਭ ਸੰਸਾਰ, ਜਿਹਨੇ ਸਾਰਾ ਦੁਨੀਆ ਸਾਰੀ ਬਣਾਈ ਹੋਈ ਆ, ਜਿਹਨੇ ਹਰ ਚੀਜ਼ ਬਣਾਈ ਆ। ਅਸੀਂ ਕਰਦੇ ਕੀ ਹਾਂ ਅਸਲ ਦੇ ਵਿੱਚ? ਅਸੀਂ ਨਾ ਸਤਿਗੁਰਾਂ ਤਾਂ ਕਿਹਾ ਸੀ ਕਿ ਹਰੀ ਦਾ ਸਿਮਰਨ ਕਰੋ, ਵੱਡੇ ਪਰਮਾਤਮਾ ਦਾ। ਅਸੀਂ ਗੁਰੂ ਦੀ ਪੂਜਾ ਕਰਨ ਲੱਗ ਗਏ। ਗੁਰੂ ਤੋਂ ਬਾਅਦ ਅਸੀਂ ਸਾਧੂ ਸੰਤਾਂ ਦੀ ਪੂਜਾ ਕਰਨ ਲੱਗ ਗਏ। ਕਰਦੇ 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 ਅਸੀਂ ਹੋਰ ਨਿੱਕੇ ਨਿੱਕੇ ਲੋਕਾਂ ਦੀ, ਕਾਫੀ ਲੋਕਾਂ ਦੀ ਜਿੱਦਾਂ ਨਾ ਸੰਤ ਬਣਾਉਣ ਲੱਗ ਪਏ ਲੋਕਾਂ ਨੂੰ। ਉਹ ਲੋਕ ਵੀ ਅਸੀਂ ਸੰਤ ਬਣਾ ਲਏ ਜਿਹੜੇ ਲੋਕ ਇਸ ਗੱਲ ਦੇ ਕਾਬਿਲ ਹੀ ਨਹੀਂ ਹੈਗੇ। ਇੱਕ ਛੋਟੀ ਜਿਹੀ ਘਟਨਾ ਰੀਸੈਂਟਲੀ ਪੰਜਾਬ ਦੇ ਵਿੱਚ ਹੋਈ, ਡੇਰਾ ਸੱਚਾ ਸੌਦਾ ਦੇ ਸਾਧ ਵਾਲੀ ਜਿਹੜੀ ਹੋਈ ਹੈ, ਸੰਤ ਵਾਲੀ, ਰਾਮ ਰਹੀਮ ਹੁਣਾਂ ਵਾਲੀ ਜਿਹੜੀ ਗੱਲ ਹੋਈ ਆ, ਉਹ ਇਸ ਗੱਲ ਦਾ ਸਿੱਟਾ ਆ ਕਿ ਲੋਕਾਂ ਦੀ ਅਨਭਗਤੀ, ਲੋਕਾਂ ਦੀ ਸੌੜੀ ਸੋਚ, ਮਾੜੀ ਅਤੇ ਛੋਟੀ ਸੋਚ, ਉਹ ਕਾਰਨ ਹੋਇਆ ਕਿ ਉਸ ਇਨਸਾਨ ਨੇ, ਉਸ ਬਾਬੇ ਨੇ ਬਹੁਤ ਸਾਰੇ ਗਲਤ ਕੰਮ ਕੀਤੇ ਔਰ ਅੱਜ ਉਹ ਸਜ਼ਾ ਭੁਗਤ ਰਿਹਾ ਔਰ ਜੇਲ੍ਹ ਵਿੱਚ ਆ। ਅਸੀਂ ਅੱਖਾਂ ਮੀਟ ਕੇ ਹਰ ਕਿਸੇ 'ਤੇ ਯਕੀਨ ਕਰਨ ਲੱਗ ਪਈਏ ਕਿ ਹਰ ਇੱਕ ਬੰਦਾ, ਇਸ ਗੱਲ ਨੂੰ ਭੁੱਲ ਜਾਓ ਕਿ ਤੁਹਾਡੇ 'ਤੇ ਕੋਈ ਸ਼ਕਤੀ ਮਾਰ ਕੇ ਤੁਹਾਡੀ ਜ਼ਿੰਦਗੀ ਵਧੀਆ ਬਣਾ ਦੂਗਾ। ਇਸ ਗੱਲ ਨੂੰ ਭੁੱਲ ਜਾਓ, ਬਿਲਕੁਲ ਭੁੱਲ ਜਾਓ। ਸਾਧੂ ਸੰਤ ਹੈਗੇ, ਜਿਹੜੇ ਸੱਚੇ ਸਾਧੂ ਸੰਤ ਹੈਗੇ, ਉਹ ਤੁਹਾਨੂੰ ਰਸਤਾ ਦਿਖਾਉਂਦੇ ਆ। ਉਹ ਤੁਹਾਨੂੰ ਕਦੀ ਇਹ ਨਹੀਂ ਕਹਿੰਦੇ ਕਿ ਤੁਸੀਂ ਚੁੱਪ ਕਰਕੇ ਬਹਿ ਜਾਓ ਤਾਂ ਤੁਹਾਨੂੰ ਸਾਰਾ ਕੁਛ ਮਿਲ ਜੂਗਾ, ਕਦੀ ਨਹੀਂ ਕਹਿੰਦੇ ਇੱਦਾਂ। ਕੋਈ ਸੰਤ ਇੱਦਾਂ ਕਹਿੰਦਾ ਨਹੀਂ ਕਿ ਤੁਸੀਂ ਕੰਮ ਨਾ ਕਰੋ ਤਾਂ ਤੁਸੀਂ ਬਹਿ ਜਾਓ ਅਤੇ ਅਸੀਂ ਤੁਹਾਡੀ ਸਮੱਸਿਆ ਹੱਲ ਕਰ ਦਾਂਗੇ। ਕਦੀ ਨਹੀਂ ਹੋ ਸਕਦਾ, ਕਦੀ ਉਹ ਸੰਤ ਕਹਿ ਨਹੀਂ ਸਕਦਾ ਜਿਹੜਾ ਸੰਤ ਪਹੁੰਚੇ ਹੋਏ ਆ। ਤਾਂ ਜੇ ਸਾਰਾ ਕੁਝ ਤੁਸੀਂ ਆਪ ਹੀ ਕਰਨਾ ਤਾਂ ਉੱਥੇ ਗੱਲ ਫੇਰ ਆ ਗਈ ਕਿ ਅਸੀਂ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੈਗਾ। ਇੰਨਾ ਕੁ ਫਰਕ ਹੈ ਜਿਵੇਂ ਇੱਕ ਸਮੁੰਦਰ ਰੱਬ ਆ ਅਤੇ ਅਸੀਂ ਉਹਦੀਆਂ ਲਹਿਰਾਂ ਆ। ਜਦੋਂ ਅਸੀਂ ਉੱਠਣਾ ਰੱਬ ਦੇ ਵਿੱਚ, ਉਸ ਸਮੁੰਦਰ ਵਿੱਚੋਂ ਲਹਿਰ ਨੇ ਉੱਠਣਾ, ਸਮੁੰਦਰ ਵਿੱਚ ਹੀ ਪੈ ਜਾਣਾ। ਇਹਦਾ ਮਤਲਬ ਕਿ ਅਸੀਂ ਉਹਦਾ ਰੂਪ ਹਾਂ। ਥੋੜ੍ਹਾ ਜਿਹਾ ਹੋਰ ਸੌਖਾ ਕਰੀਏ, ਰੱਬ ਜਿਹੜਾ ਹੈਗਾ, ਪਰਮਾਤਮਾ ਹੈਗਾ ਵੱਡਾ ਸੂਰਜ, ਅਤੇ ਅਸੀਂ ਹੈਗੇ ਉਹਦੇ ਸੂਰਜ ਦੀਆਂ ਕਿਰਨਾਂ। ਕਰੋੜਾਂ ਹੀ ਕਿਰਨਾਂ ਨਿਕਲਦੀਆਂ, ਕਰੋੜਾਂ ਹੀ ਉਹਦੇ ਵਿੱਚ ਆ ਕੇ ਸਮਾ ਜਾਂਦੀਆਂ। ਸੋ ਜੇ ਅਲਟੀਮੇਟ ਗੱਲ ਕਰੀਏ ਤਾਂ ਅਲਟੀਮੇਟ ਇਹ ਆ ਕਿ ਇਨਸਾਨ ਹੀ ਰੱਬ ਆ, ਰੱਬ ਹੀ ਇਨਸਾਨ ਆ। ਹਰ ਉਹ ਚੀਜ਼ ਜਿਹੜੀ ਸਾਹ ਲੈ ਰਹੀ, ਬਾਹਰ ਦੇਖੋ ਦਰਖਤ ਆ, ਪਸ਼ੂ ਪੰਛੀ ਆ, ਜਾਨਵਰ ਆ, ਸਭ ਰੱਬ ਦਾ ਰੂਪ ਆ। ਹਰ ਕਿਸੇ ਦੇ ਵਿੱਚ ਰੱਬ ਵਸ ਰਿਹਾ। ਇਹ ਤਾਂ ਗੱਲ ਗੁਰਬਾਣੀ ਵੀ ਕਹਿੰਦੀ ਆ ਕਿ ਰੱਬ ਵਸਦਾ ਹਰ ਚੀਜ਼ ਵਿੱਚ, ਰੱਬ ਵਸਦਾ। ਗੁਰਬਾਣੀ ਵਿੱਚ ਸਾਫ਼ ਆਉਂਦਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਮਤਲਬ ਹਰ ਚੀਜ਼ ਹੀ ਰੱਬ ਆ। ਉਹਦੇ ਵਿੱਚ ਅਸੀਂ ਵੀ ਆਉਂਦੇ ਹਾਂ, ਉਹਦੇ ਵਿੱਚ ਦਰਖਤ, ਪਸ਼ੂ ਪੰਛੀ ਵੀ ਆਉਂਦੇ, ਸਭ ਕੁਛ ਆਉਂਦਾ। ਪਰ ਇਨਸਾਨ ਦੇ ਕੋਲ ਇੰਨੀ ਬੁੱਧੀ ਹੈਗੀ ਆ ਕਿ ਉਹ ਰੱਬ ਨੂੰ ਯਾਦ ਕਰਦਾ, ਰੱਬ ਦੀ ਸਮਝ ਰੱਖਦਾ, ਰੱਬ ਨੂੰ ਨਮਸਕਾਰ ਕਰਦਾ। ਜਿਹੜੇ ਪਸ਼ੂ ਪੰਛੀ ਜਾਨਵਰ ਆ, ਉਹ ਇਸ ਬੁੱਧੀ ਦੇ ਮਾਲਕ ਨਹੀਂ ਹੈਗੇ। ਗੁਰੂ ਨੇ ਸਾਫ਼ ਕਿਹਾ ਕਿ ਬਹੁਤ ਜਨਮ ਮਿਸ਼ਰੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ। ਜਦੋਂ ਇਸ ਗੱਲ ਦੀ ਆਪਾਂ ਘੋਖ ਕਰੀਏ ਤਾਂ ਇਹ ਗੱਲ ਸਾਫ਼ ਸਮਝ ਲੱਗਦੀ ਕਿ ਅਸੀਂ ਬਹੁਤ ਜਨਮ ਉਰੇ ਪਰੇ ਘੁੰਮਦੇ ਰਹੇ ਔਰ ਇਹ ਜਨਮ ਜਿਹੜਾ ਸਾਨੂੰ ਮਿਲਿਆ, ਇਹ ਰੱਬ ਦੀ ਬੰਦਗੀ ਕਰਨ ਦੇ ਲਈ ਮਿਲਿਆ, ਰੱਬ ਨੂੰ ਸਮਝਣ ਦੇ ਲਈ ਮਿਲਿਆ, ਇਸ ਦੁਨੀਆ ਨੂੰ ਵਧੀਆ ਬਣਾਉਣ ਦੇ ਲਈ ਮਿਲਿਆ। ਅਸੀਂ ਕਰਦੇ ਕੀ ਹਾਂ? ਦੇਖੋ, ਅੱਜ ਦੇਖੀਏ ਅਸੀਂ ਗੁਰੂ ਘਰਾਂ ਦੇ ਵਿੱਚ ਲਾ ਲਓ, ਚਾਹੇ ਕਿਸੇ ਧਾਰਮਿਕ ਸਥਾਨਾਂ 'ਤੇ ਲਾ ਲਓ, ਚਾਹੇ ਕਿਸੇ ਵੀ ਸੰਸਥਾ ਵਿੱਚ ਲਾ ਲਈਏ, ਅਸੀਂ ਸਿਰਫ ਇੱਕ ਦੂਜੇ ਨਾਲ ਲੜਦੇ ਹਾਂ, ਹੋਰ ਕੁਛ ਨਹੀਂ ਕਰਦੇ। ਇੱਕ ਦੂਜੇ ਨਾਲ ਬਹਿਸ ਕਰਦੇ ਹਾਂ, ਬਹਿਸ ਵਸਾਈਆ ਕਰਦੇ ਹਾਂ, ਲੜਦੇ ਹਾਂ, ਝਗੜਦੇ ਹਾਂ। ਕਾਹਦੇ ਲਈ? ਅਸੀਂ ਪ੍ਰਧਾਨ ਬਣਨਾ ਜੀ, ਅਸੀਂ ਜੀ ਸਭ ਤੋਂ ਜ਼ਿਆਦਾ ਸਿਆਣੇ ਅਸੀਂ ਹਾਂ। ਇਹਨਾਂ ਗੱਲਾਂ ਦੇ ਕਰਕੇ ਅਸੀਂ ਅੱਜ ਬਹੁਤ ਪਿੱਛੇ ਹਾਂ। ਜੇ ਗੁਰੂ ਨੂੰ ਸਮਝਿਆ ਹੁੰਦਾ ਤਾਂ ਅਸੀਂ ਇੱਥੇ ਬੈਠੇ ਨਾ ਹੁੰਦੇ, ਬਹੁਤ ਗਾਂਹ ਨਿਕਲੇ ਹੁੰਦੇ। ਸਾਡੇ ਮਹਾਨ ਗੁਰੂ ਹੋਏ, ਸਾਡੇ ਮਹਾਨ ਰਹਿਬਰ ਹੋਏ, ਬਾਬਾ ਸਾਹਿਬ ਵਰਗੇ ਹੋਏ, ਸਤਿਗੁਰੂ ਰਵਿਦਾਸ ਜੀ ਮਹਾਰਾਜ ਵਰਗੇ ਹੋਏ, ਸੰਤ ਸਰਮਦਾਸ ਜੀ ਮਹਾਰਾਜ ਵਰਗੇ ਹੋਏ, ਸਾਹਿਬ ਕਾਂਸ਼ੀ ਰਾਮ ਵਰਗੇ ਹੋਏ, ਪਰ ਅਸੀਂ ਫਿਰ ਵੀ ਪਿੱਛੇ ਦੇ ਪਿੱਛੇ, ਕਿਉਂਕਿ ਅਸੀਂ ਆਪਣੇ ਵਿਵੇਕ ਨੂੰ ਚਲਾਇਆ ਹੀ ਨਹੀਂ, ਆਪਣੀ ਬੁੱਧੀ ਨੂੰ ਚਲਾਇਆ ਨਹੀਂ।
ਅਸੀਂ ਘਰ ਬੈਠੇ ਬਸ ਵਿਦਵਾਨ ਬਣੀ ਜਾਂਦੇ, ਬੈਠੇ ਗੱਲਾਂ ਕਰੀ ਜਾਂਦੇ, ਹੋਰ ਕੁਝ ਨਹੀਂ ਕਰਦੇ। ਕੋਈ ਗੱਲ ਹੁੰਦੀ ਤਾਂ ਅਸੀਂ ਬਹਿਸ ਕਰਕੇ ਅਸੀਂ ਲੜ ਪੈਂਦੇ, ਹੋਰ ਕੁਝ ਨਹੀਂ, ਇਸ ਤੋਂ ਵੱਧ ਕਰਦੇ ਨਹੀਂ। ਸੋ ਇੱਕ ਬੇਨਤੀ, ਅੱਜ ਮਹਾਰਾਜ ਦਾ ਗੁਰਪੁਰਬ ਸੀਗਾ, ਛੱਡੀਏ ਸਭ ਝਗੜੇ ਝੇੜੇ, ਛੱਡੀਏ ਸਭ ਖੰਡਬਾਜੀ, ਉਸ ਵੱਡੇ ਪਰਮਾਤਮਾ ਨੂੰ ਮੰਨੀਏ ਜਿਹਨੇ ਸਭ ਨੂੰ ਬਣਾਇਆ। ਜਿਹੜੇ ਮੁਖਦੇ ਆਪਾਂ ਗਾਣੇ ਟੱਪਦੇ ਨੱਚਦੇ ਗਾਉਂਦੇ ਫਿਰਦੇ ਨਾ, ਭੰਗੜੇ ਪਾਉਂਦੇ ਫਿਰਦੇ, ਇਹ ਕੰਮ ਗਿੱਧੇ ਪਾਉਂਦੇ ਫਿਰਦੇ, ਇਹ ਕੰਮ ਛੱਡੋ। ਇਹ ਕੰਮ ਕਦੀ ਨਹੀਂ ਸਾਡੇ ਗੁਰੂ ਨੇ ਸਿਖਾਇਆ। ਕਿੱਥੇ ਮੈਨੂੰ ਕੋਈ ਇੱਕ ਜਣਾ ਇਹ ਦੱਸ ਦੇਵੇ ਕਿ ਗੁਰੂ ਨੇ ਕਿਹਾ ਕਿ ਤੁਸੀਂ ਭੰਗੜੇ ਗਿੱਧੇ ਪਾਓ। ਇਹ ਗੱਲ ਮੈਂ ਕਈਆਂ ਨਾਲ ਕਰਕੇ ਦੇਖੀ, ਹਰ ਕੋਈ ਇਹੀ ਜਵਾਬ ਹੁੰਦਾ, ਦੇਖੋ ਜੀ ਬੁੱਲੇ ਸ਼ਾਹ ਨੇ ਵੀ ਰੱਬ ਨੱਚ ਕੇ ਪਾ ਲਿਆ। ਤੁਸੀਂ ਬੁੱਲੇ ਸ਼ਾਹ ਨੂੰ, ਬਾਬਾ ਬੁੱਲੇ ਸ਼ਾਹ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਨਾਲ ਮਿਲਾ ਨਹੀਂ ਸਕਦੇ। ਇਹ ਕੋਈ ਤੁੱਕ ਨਹੀਂ ਬਣਦੀ। ਤੁਸੀਂ ਇਹ ਕਹੋ ਕਿ ਬੁੱਲੇ ਸ਼ਾਹ ਵੀ ਨੱਚਦਾ ਸੀ ਤਾਂ ਸਾਡਾ ਅਸੀਂ ਵੀ ਨੱਚੀ ਜਾਈਏ। ਕਦੋਂ ਗੁਰੂ ਨੇ ਕਿਹਾ ਕਿ ਤੁਸੀਂ ਭੰਗੜੇ ਪਾਓ, ਗਿੱਧੇ ਪਾਓ, ਤੁਸੀਂ ਗਾਣੇ ਗਾਓ ਅਤੇ ਡੀਜੇ ਲਾ ਕੇ ਭੰਗੜੇ ਪਾਈ ਜਾਓ। ਗੁਰੂ ਦੇ ਗੁਰਪੁਰਬ ਦੀ ਖੁਸ਼ੀ ਹੈਗੀ, ਠੀਕ ਆ, ਖੁਸ਼ੀ ਉਹੀ, ਉਹਨੂੰ ਸਮਝ ਕੇ, ਉਸ ਪਾਣੀ ਨੂੰ, ਉਸ ਰਸਤੇ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਓ। ਆਪਣੀ ਹੋਏ ਕਰਾਉਣ ਦੇ ਨਾਲੋਂ ਤੁਸੀਂ ਇਹ ਆ ਕਿ ਵਧੀਆ ਸਮਾਜ ਬਣਾਈਏ, ਆਪਣੀ ਜ਼ਿੰਦਗੀ ਨੂੰ ਬੇਗਮਪਰਾ ਬਣਾਈਏ ਤਾਂ ਸਾਡਾ ਸਾਰਾ ਸਮਾਜ ਬੇਗਮਪਰਾ ਬਣ ਜਾਊ। ਜਦੋਂ ਸਾਡੀ ਜ਼ਿੰਦਗੀ ਵਿੱਚ ਕੋਈ ਗਮ ਰਿਹਾ ਹੀ ਨਹੀਂ, ਸਾਡੀ ਜ਼ਿੰਦਗੀ ਵਿੱਚ ਤਕਲੀਫ ਕੋਈ ਰਹੀ ਨਹੀਂ, ਇੱਕ ਜ਼ਿੰਦਗੀ ਵਧੀਆ ਬੇਗਮਪੁਰਾ ਬਣ ਗਈ, ਹੌਲੀ ਹੌਲੀ ਉਹ ਪਰਿਵਾਰ ਬਣ ਗਿਆ, ਪਰਿਵਾਰ ਤੋਂ ਬਾਅਦ ਇੱਕ ਪਿੰਡ ਬਣ ਗਿਆ, ਫਿਰ ਸ਼ਹਿਰ ਬਣ ਗਿਆ, ਫਿਰ ਦੇਸ਼ ਬਣ ਗਿਆ, ਫਿਰ ਸਾਰਾ ਸੰਸਾਰ ਹੀ ਬੇਗਮਪੁਰਾ ਬਣ ਜੂ। ਔਰ ਇਹ ਫੈਕਟ ਆ। ਅਸੀਂ ਉਸ ਸਿਸਟਮ ਦੇ ਨਾਲ ਲੜ ਰਹੇ ਹਾਂ ਜਿਹੜਾ ਸਿਸਟਮ 4000 ਸਾਲ ਪੁਰਾਣਾ ਆ, ਉਹ ਜਿਹੜਾ 4000 ਸਾਲ ਤੋਂ ਸਾਡੇ 'ਤੇ ਰਾਜ ਕਰ ਰਿਹਾ, ਹਰ ਤਰ੍ਹਾਂ ਦੇ ਨਾਲ, ਧਾਰਮਿਕ ਪੱਖ ਤੋਂ ਵੀ, ਰਾਜਨੀਤਿਕ ਪੱਖ ਤੋਂ ਵੀ, ਹਰ ਪੱਖ ਤੋਂ, ਸਮਾਜਿਕ ਪੱਖ ਤੋਂ ਵੀ। ਅਤੇ ਉਸ ਸਿਸਟਮ ਦੇ ਨਾਲ ਲੜਨ ਦੇ ਲਈ ਅਸੀਂ ਇੱਕ ਦੋ ਦਿਨ 'ਚ ਕਾਮਯਾਬ ਨਹੀਂ ਹੋ ਸਕਦੇ। ਹੋ ਸਕਦਾ ਸਾਨੂੰ ਕਾਮਯਾਬ ਹੋਣ ਨੂੰ ਹਜ਼ਾਰਾਂ ਸਾਲ ਹੋਰ ਲੱਗ ਜਾਣ, ਪਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਾਂ ਸਿਖਾ ਸਕਦੇ ਨਾ, ਵਧੀਆ ਗੱਲ, ਸੱਚਾਈ ਸਿਖਾ ਸਕਦੇ ਹਾਂ, ਉਹ ਸਿਖਾਈਏ, ਜ਼ਿੰਦਗੀ ਵਧੀਆ ਬਣਾਈਏ, ਮਾੜੀਆਂ ਆਦਤਾਂ ਨੂੰ ਛੱਡ ਕੇ। ਗੁਰੂ ਮਹਾਰਾਜ ਨੇ ਪਿਆਰ ਦੀ ਗੱਲ ਸਿਖਾਈ, ਪਿਆਰ ਦੀ ਭਾਵਨਾ ਦੇ ਨਾਲ ਉਹਨੇ ਸਾਰੇ ਜੱਗ ਨੂੰ ਜਿੱਤਿਆ। ਇੱਕ ਹੋਰ ਗੱਲ ਜਿਹੜੀ ਕਹਿੰਦੇ ਕਿ ਨਾ ਭਗਤ ਅਤੇ ਗੁਰੂ 'ਚ ਫਰਕ ਕੀ ਆ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਇੰਨੀ ਮਹਾਨ ਸੀਗੀ, ਇੰਨੀ ਤਾਕਤਵਰ ਸੀਗੀ ਕਿ ਉਸ ਟਾਈਮ ਦੇ ਰਾਜੇ ਰਾਣੀਆਂ ਦੇ ਪੈਰੀਂ ਝੁਕੇ, ਉਹਨਾਂ ਤੋਂ ਆਸ਼ੀਰਵਾਦਾਂ ਲਈਆਂ, ਉਹਨਾਂ ਕੋਲ ਨਾਮ ਲਏ। ਇੱਕ ਇੰਨੀ ਗੱਲ ਬਹੁਤ ਹੈ ਉਹਨਾਂ ਨੂੰ ਗੁਰੂ ਕਹਿਣ ਦੇ ਲਈ ਕਿ ਮੀਰਾ ਬਾਈ ਨੇ ਇਹ ਕਿਹਾ ਕਿ ਮੈਨੂੰ ਲੱਭਿਓ ਮਿਲਿਓ ਗੁਰੂ ਰੈਦਾਸ, ਕਿ ਗੁਰੂ ਰਵਿਦਾਸ ਜੀ ਮੈਨੂੰ ਮਿਲੇ। ਮੀਰਾ ਬਾਈ ਸਾਰੀ ਉਮਰ ਘੁੰਮਦੇ ਰਹੇ, ਐਂਡ 'ਤੇ ਸ਼ਾਂਤੀ ਉਹਨਾਂ ਨੂੰ ਕਾਸ਼ੀ ਬਨਾਰਸ ਜਾ ਕੇ ਹੀ ਮਿਲੀ। ਬਹੁਤ ਸਾਰੇ ਸਾਧੂ ਸੰਤ ਸੀਗੇ ਉਸ ਟਾਈਮ 'ਤੇ, ਸਾਧੂ ਸੰਤ ਸੀਗੇ, ਪਰ ਉਹਨਾਂ ਦੀ ਜਿਹੜੀ ਤਸੱਲੀ, ਜਿੱਦਾਂ ਕਹਿ ਲਈਏ ਆਪਾਂ, ਉਹਨਾਂ ਨੂੰ ਮਨ ਦੀ ਸ਼ਾਂਤੀ ਉੱਥੇ ਹੀ ਮਿਲੀ ਜਾ ਕੇ ਜਿੱਥੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਉਹਨਾਂ ਨੂੰ ਨਾਮਦਾਨ ਦਿੱਤਾ। ਇਹਦੇ ਨਾਲ ਇਹ ਵੀ ਗੱਲ ਕਲੀਅਰ ਹੋ ਗਈ ਕਿ ਜਿਹੜਾ ਬ੍ਰਾਹਮਣ ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਸੀਗਾ, ਗੁਰੂ ਨੇ ਉਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਨਾਲ ਹੀ ਦੇ ਦਿੱਤਾ। ਔਰਤ ਅਤੇ ਮਰਦ ਦਾ ਜਿਹੜਾ ਫਰਕ ਸੀ ਉਹ ਬਿਲਕੁਲ ਖ਼ਤਮ ਕਰਤਾ। ਦੁੱਖ ਦੀ ਗੱਲ ਕਿ ਅੱਜ ਵੀ ਸਾਡਾ ਸਮਾਜ ਜਿਹੜਾ ਨਾ ਅਜੇ ਉਸੇ ਕਹਾਣੀ ਵਿੱਚ ਟਿਕਿਆ ਹੋਇਆ, ਅਜੇ ਵੀ ਔਰਤ ਨੂੰ ਬਰਾਬਰਤਾ ਦਾ ਦਰਜਾ ਦਿੰਦਾ ਨਹੀਂ। ਸੋ ਇਹਨਾਂ ਗੱਲਾਂ ਨੂੰ ਸਮਝੀਏ। ਗੁਰੂ ਮਹਾਰਾਜ ਦੇ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਸੱਚੀ ਵਧਾਈ ਤਾਂਹੀਓ ਹੀ ਆ ਜੇ ਅਸੀਂ ਉਹਨਾਂ ਦੀ ਗੱਲ ਨੂੰ ਸਮਝ ਕੇ ਅਤੇ ਆਪਣੀ ਜ਼ਿੰਦਗੀ ਨੂੰ ਅਪਣਾਈਏ। ਇੱਕ ਗੱਲ ਮੈਂ ਸਾਫ਼ ਕਰਦੇ ਹਾਂ, ਇਹ ਮੇਰੀ ਸੋਚ ਕਹਿੰਦੀ, ਸੌਰੀ, ਜਿੰਨੇ ਮਰਜ਼ੀ ਪਾਠ ਕਰਾ ਲਿਓ, ਜਿੰਨੇ ਮਰਜ਼ੀ ਤੁਸੀਂ ਮੱਥੇ ਟੇਕ ਲਿਓ, ਕੁਛ ਨਹੀਂ ਹੋਣਾ ਜਦ ਤੱਕ ਤੁਸੀਂ ਆਪਣੇ ਹੱਥ ਆਪ ਹਿਲਾਉਂਦੇ ਨਹੀਂ, ਜਦ ਤੱਕ ਤੁਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਂਦੇ ਨਹੀਂ। ਇਹ ਬਣਨੇ ਵਾਲੀ ਹੈ ਨਹੀਂ। ਹਜ਼ਾਰਾਂ ਸਾਲ ਲੰਘ ਗਏ, ਜ਼ਿੰਦਗੀ ਦਾ ਕੁਛ ਨਹੀਂ ਵਧੀਆ ਬਣਿਆ। ਜਿਨ੍ਹਾਂ ਦੀ ਜ਼ਿੰਦਗੀ ਵਧੀਆ ਹੋਈ ਉਹ ਹੋਈ ਜਾਂ ਮਿਹਨਤ ਦੇ ਨਾਲ ਅਤੇ ਜਾਂ ਫਿਰ ਪੜ੍ਹਾਈ ਦੇ ਨਾਲ। ਇਹ ਪੱਕੀ ਗੱਲ ਆ, ਕਿਸੇ ਦੀ ਵੀ ਜ਼ਿੰਦਗੀ ਨਾ ਬਿਨਾਂ ਮਿਹਨਤ ਅਤੇ ਬਿਨਾਂ ਪੜ੍ਹਾਈ ਤੋਂ ਵਧੀਆ ਨਹੀਂ ਹੋ ਸਕਦੀ, ਨਾ ਹੋਈ ਆ, ਨਾ ਹੋਣੀ ਆ, ਨਾ ਹੋਊਗੀ ਕਦੀ ਵੀ। ਸੋ ਗੁਰੂ ਮਹਾਰਾਜ ਦੇ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਇੰਨਾ ਕਹਿੰਦਾ ਹੋਇਆ ਮੈਂ ਇਹੀ ਕਹਿੰਦਾ ਕਿ ਜੇ ਕੋਈ ਗਲਤ ਕਹਿ ਹੋ ਗਿਆ ਹੋਵੇ ਮਾਫ਼ ਕਰਿਓ, ਪਰ ਇਹਨਾਂ ਗੱਲਾਂ ਨੂੰ ਇੱਕ ਵਾਰ ਸੋਚ ਕੇ ਜ਼ਰੂਰ ਦੇਖਿਓ ਕਿ ਮੇਰੀ ਗੱਲ ਸਹੀ ਆ ਜਾਂ ਗਲਤ ਆ। ਇਹ ਗੱਲ ਮੇਰੀ ਨਹੀਂ, ਮੇਰੀ ਸਮਝ ਇਹ ਕਹਿੰਦੀ ਕਿ ਗੁਰੂ ਮਹਾਰਾਜ ਆਹ ਚਾਹੁੰਦੇ ਸੀ ਅਤੇ ਆਹ ਸਭ ਤੋਂ ਕਰਾਉਣਾ ਚਾਹੁੰਦੇ ਸੀ ਉਹ। ਜੈ ਗੁਰਦੇਵ, ਧੰਨ ਗੁਰਦੇਵ।
ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਕਿਰਪਾ ਸਭ ਤੇ ਬਣੀ ਰਹੇ। ਥੈਂਕ ਯੂ ਵੈਰੀ ਮਚ ਸੁਣਨ ਦੇ ਲਈ, ਮੈਨੂੰ ਬਰਦਾਸ਼ਤ ਕਰਨ ਦੇ ਲਈ। ਖੁਸ਼ ਰਹੋ, ਜ਼ਿੰਦਗੀ ਨੂੰ ਵਧੀਆ ਬਣਾਓ, ਪੜ੍ਹਾਈਆਂ ਲਿਖਾਈਆਂ ਕਰੋ, ਮਿਹਨਤ ਕਰੋ, ਤਰੱਕੀਆਂ ਕਰੋ ਬਸ। ਥੈਂਕ ਯੂ ਵੈਰੀ ਮਚ।